अनमोल वचन। वक्त ਜਿਹੜੇ ਉੱਥੋਂ ਦੇ ਰਹਿਣ ਵਾਲੇ ਹਰਿਦੁਆਰ ਦੇ ਲੋਕ ਸਨ ਬਹੁਤ ਵੱਡੀ ਗਿਣਤੀ ਦੇ ਵਿੱਚ ਇਕੱਠੇ ਹੋਏ ਸੂਰਜ ਵਾਲੇ ਪਾਸੇ ਨੂੰ ਪਾਣੀ ਸੁੱਟਦੇ ਪਏ ਸਨ। ਕਿਉਂਕਿ ਇੱਕ ਵਿਸਾਖੀ ਵਾਲਾ ਦਿਨ ਹੋਣ ਕਰਕੇ ਲੋਕ ਆਪਣੇ ਪਿਤਰਾਂ ਨੂੰ ਪਾਣੀ ਸੁੱਟ ਕੇ ਇਤਿਆਦਿਕ ਤਰੀਕੇ ਦੇ ਨਾਲ ਖੁਸ਼ ਕਰਨ ਦਾ ਯਤਨ ਕਰ ਰਹੇ ਸਨ। ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਇਹ ਸਾਰਾ ਕੁਝ ਦੇਖਿਆ, ਤੱਕਿਆ। ਸਤਿਗੁਰ ਨੇ ਵੇਖਿਆ ਸਾਰੇ ਲੋਕ ਸੂਰਜ ਵਾਲੇ ਪਾਸੇ ਨੂੰ ਪਾਣੀ ਸੁੱਟਦੇ ਪਏ ਨੇ। ਮਹਾਰਾਜ ਜੀ ਦੇ ਸਮਝਾਉਣ ਦਾ ਐਸਾ ਤਰੀਕਾ ਹੈ, ਨਿਆਰਾ ਤਰੀਕਾ ਹੈ। ਸਤਿਗੁਰੂ ਨੇ ਕਿਸੇ ਨੂੰ ਵੀ ਜਾ ਕੇ ਰੋਕਿਆ ਨਹੀਂ, ਬਲਕਿ ਬਿਲਕੁਲ ਉਸ ਦੇ ਉਲਟ ਉੱਤਰ ਵਾਲੇ ਪਾਸੇ ਨੂੰ, ਪੱਛਮ ਵਾਲੇ ਪਾਸੇ ਨੂੰ ਸਤਿਗੁਰੂ ਸਾਹਿਬ ਜੀ ਨੇ ਲਹਿੰਦੇ ਵਾਲੇ ਪਾਸੇ ਨੂੰ ਪਾਣੀ ਸੁੱਟਣਾ ਸ਼ੁਰੂ ਕਰ ਦਿੱਤਾ। ਜਦੋਂ ਸਤਿਗੁਰੂ ਨੇ ਉਲਟ ਪਾਸੇ ਨੂੰ ਪਾਣੀ ਸੁੱਟਣਾ ਸ਼ੁਰੂ ਕੀਤਾ, ਉਹ ਸਾਰੇ ਲੋਕ ਹੈਰਾਨ ਹੋਏ। ਹੈਰਾਨ ਹੋ ਕੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਕੋਲ ਆਣ ਕੇ ਕਹਿੰਦੇ ਨੇ ਕਿ ਤੁਸੀਂ ਕੀ ਕਰ ਰਹੇ ਹੋ। ਮਹਾਰਾਜ ਕਹਿਣ ਲੱਗੇ, ਕਹਿੰਦੇ ਤੁਸੀਂ ਕੀ ਕਰਦੇ ਪਏ ਹੋ। ਉਹ ਸਾਰੇ ਲੋਕ ਕਹਿੰਦੇ ਨੇ, ਕਹਿੰਦੇ ਅਸੀਂ ਆਪਣੇ ਵੱਡੇ ਵਡੇਰਿਆਂ ਨੂੰ, ਆਪਣੇ ਪਿਤਰਾਂ ਨੂੰ ਪਾਣੀ ਦਿੰਦੇ ਪਏ ਹਾਂ। ਮਹਾਰਾਜ ਕਹਿੰਦੇ ਨੇ ਤੁਸੀਂ ਆਪਣੇ ਵੱਡੇ ਵਡੇਰਿਆਂ ਨੂੰ ਪਾਣੀ ਦੇ ਰਹੇ ਹੋ। ਕਹਿਣ ਲੱਗੇ ਜੀ ਹਾਂ। ਕਹਿੰਦੇ ਮਹਾਰਾਜ ਤੁਸੀਂ ਕੀ ਕਰਦੇ ਹੋ। ਸਤਿਗੁਰੂ ਸਾਹਿਬ ਕਹਿਣ ਲੱਗੇ ਮੇਰੇ ਖੇਤ ਨੇ ਪੰਜਾਬ ਦੇ ਵਿੱਚ ਤੇ ਮੈਂ ਆਪਣੇ ਖੇਤਾਂ ਨੂੰ ਪਾਣੀ ਦੇ ਰਿਹਾ ਹਾਂ। ਹੈਰਾਨ ਹੋ ਕੇ ਉਹ ਲੋਕ ਕਹਿੰਦੇ ਨੇ, ਕਹਿੰਦੇ ਬਾਬਾ ਤੂੰ ਕਮਲਾ ਹੋ ਗਿਆ, ਇਹ ਪਾਣੀ ਇੰਨੀ ਦੂਰ ਤੱਕ ਕਿਵੇਂ ਪਹੁੰਚ ਸਕਦਾ ਹੈ। ਗੁਰੂ ਨਾਨਕ ਸਾਹਿਬ ਮਹਾਰਾਜ ਕਹਿਣ ਲੱਗੇ, ਕਹਿੰਦੇ ਇਹ ਤੇ ਬਿਲਕੁਲ ਨੇੜੇ ਹੈ, ਪਰ ਜੇ ਮੇਰਾ ਪਾਣੀ ਮੇਰੇ ਖੇਤਾਂ ਤੱਕ, ਪੰਜਾਬ ਤੱਕ ਨਹੀਂ ਪਹੁੰਚ ਸਕਦਾ ਤੇ ਤੁਹਾਡਾ ਹਜ਼ਾਰਾਂ ਕਿਲੋਮੀਟਰ ਸੂਰਜ ਤੱਕ ਕਿਵੇਂ ਪਹੁੰਚ ਸਕਦਾ ਹੈ। ਬੜੇ ਹੈਰਾਨਗੀ ਦੇ ਨਾਲ ਉਹਨਾਂ ਨੇ ਸੁਣਿਆ। ਦਲੀਲ ਬਹੁਤ ਵੱਡੀ ਸੀ। ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਕੋਲ ਬੈਠੇ ਸਤਿਗੁਰੂ ਨੇ ਕਿਹਾ ਕਿ ਵੇਖੋ, ਕੇਵਲ ਤੇ ਕੇਵਲ ਅਕਾਲ ਪੁਰਖ ਵਾਹਿਗੁਰੂ ਜੀ ਦੇ ਨਾਲ ਜੁੜਨਾ ਚਾਹੀਦਾ, ਰੱਬ ਦੀ ਸਿਫਤ ਸਲਾਹ ਕਰਨੀ ਚਾਹੀਦੀ ਹੈ। ਉੱਥੋਂ ਦੇ ਪੰਡਤਾਂ ਨੇ, ਪੁਜਾਰੀਆਂ ਨੇ ਬਹੁਤ ਸਾਰੇ ਸਵਾਲ ਜਵਾਬ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਨਾਲ ਕੀਤੇ ਤੇ ਸਤਿਗੁਰੂ ਨੇ ਉਹਨਾਂ ਸਵਾਲਾਂ ਦਾ ਜਵਾਬ ਦਿੱਤਾ। ਜਿੱਥੇ ਜਾ ਕੇ ਸਤਿਗੁਰੂ ਨੇ ਇਹ ਗਿਆਨ ਦੀ ਗੱਲ ਕੀਤੀ, ਉਸ ਹਰਿਦੁਆਰ ਦੀ ਧਰਤੀ ਤੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਯਾਦ ਵਿੱਚ ਜਿਹੜਾ ਗੁਰਦੁਆਰਾ ਸਾਹਿਬ ਸਥਾਪਿਤ ਹੋਇਆ, ਉਹਦਾ ਨਾਮ ਵੀ ਗਿਆਨ ਗੋਦੜੀ ਸਾਹਿਬ ਹੀ ਰੱਖਿਆ ਗਿਆ। ਸਤਿਗੁਰੂ ਇਹ ਪਾਵਨ ਪਵਿੱਤਰ ਉਪਦੇਸ਼ ਦਿੰਦੇ ਹੋਏ ਅੱਗੇ ਨੂੰ ਚੱਲਦੇ ਹੈ, ਕਿਉਂਕਿ ਸਤਿਗੁਰੂ ਜਗਤ ਜਲੰਦੇ ਨੂੰ ਤਾਰਨ ਵਾਸਤੇ ਆਏ ਨੇ ਤੇ ਜਗਤ ਜਲੰਦੇ ਨੂੰ ਸਤਿਗੁਰੂ ਤਾਰਦੇ ਪਏ ਸਨ। ਮਹਾਰਾਜ ਵੱਖ-ਵੱਖ ਥਾਵਾਂ ਤੇ ਹੁੰਦੇ ਹੋਏ ਇਸ ਤੋਂ ਅੱਗੇ ਗੋਰਖ ਮਤੇ ਵਾਲੇ ਪਾਸੇ ਨੂੰ ਗਏ, ਜਿਹਨੂੰ ਅੱਜ ਕੱਲ੍ਹ ਨਾਨਕ ਮਤਾ ਕਿਹਾ ਜਾਂਦਾ। ਉਸ ਵਕਤ ਗੋਰਖ ਮਤਾ ਭਾਵ ਸਿੱਧਾਂ ਦਾ ਇਹ ਇਲਾਕਾ ਸੀ, ਜਿੱਥੇ ਬਹੁਤ ਸਾਰੇ ਸਿੱਧ ਲੋਕ ਇਕੱਠੇ ਹੋਏ ਸਨ, ਜਿੱਥੇ ਬਹੁਤ ਸਾਰੇ ਸਿੱਧਾਂ ਦੇ ਮੱਠ ਸਨ। ਤੇ ਇਹ ਸਿੱਧ ਲੋਕ ਜਿਹੜੇ ਸਨ, ਜਿਹੜੇ ਕਹਿੰਦੇ ਘਰ ਵਿੱਚ ਰਹਿ ਕੇ ਕਾਲਖ ਲੱਗ ਜਾਂਦੀ ਹੈ, ਘਰ ਵਿੱਚ ਰਹਿ ਕੇ ਰੱਬ ਦੀ ਪ੍ਰਾਪਤੀ ਨਹੀਂ ਹੁੰਦੀ, ਇਸ ਕਰਕੇ ਘਰ ਘਾਟ ਛੱਡ ਕੇ ਜੰਗਲਾਂ ਤੇ ਪਹਾੜਾਂ ਦੇ ਵਿੱਚ ਬੈਠੇ ਹੋਏ ਸਨ। ਜਦੋਂ ਕਿਤੇ ਬਾਹਰ ਵੱਡੇ ਮੇਲੇ ਲੱਗਦੇ, ਜਦੋਂ ਕਿਤੇ ਬਹੁਤ ਵੱਡਾ ਇਕੱਠ ਹੁੰਦਾ, ਉੱਥੇ ਇਹ ਸਿੱਧ ਤੇ ਜੋਗੀ ਲੋਕ ਆ ਜਾਂਦੇ। ਉੱਥੇ ਆਣ ਕੇ ਲੋਕਾਂ ਦੇ ਕੋਲੋਂ ਦਰਸ਼ਨਾਂ ਲੈ ਕੇ, ਪੈਸੇ ਲੈ ਕੇ, ਚੜਾਵਾ ਲੈ ਕੇ ਫਿਰ ਜਾ ਕੇ ਜੰਗਲਾਂ ਤੇ ਪਹਾੜਾਂ ਵਿੱਚ ਬੈਠ ਜਾਂਦੇ। ਮਹਾਰਾਜ ਨੇ ਤਾਂ ਹੀ ਕਿਹਾ, ਸਤਿਗੁਰੂ ਕਹਿੰਦੇ ਇਸ ਜੋਗੀ ਨੂੰ ਰੱਬ ਦੇ ਬਾਰੇ ਕੋਈ ਮਾੜੀ ਮੋਟੀ ਸਮਝ ਜ਼ਰੂਰ ਹੈ, ਪਰ ਇਹ ਸਮਝ ਹੋਣ ਦੇ ਬਾਵਜੂਦ ਵੀ ਇਹਨੇ ਸੰਸਾਰ ਨੂੰ ਸੱਚ ਦਾ ਉਪਦੇਸ਼ ਨਹੀਂ ਦਿੱਤਾ। ਇਹਨੇ ਕੇਵਲ ਤੇ ਕੇਵਲ ਆਪਣੇ ਸਵਾਰਥ ਤੱਕ ਰਿਹਾ, ਆਪਣੇ ਸਿਰ ਵਿੱਚ ਸਵਾਹ ਪਾ ਕੇ ਜੜਾਵਾਂ ਵਧਾ ਕੇ ਤੇ ਜੋਗੀ ਤੁਰਿਆ ਫਿਰਦਾ ਹੈ, ਸਿੱਧ ਤੁਰੇ ਫਿਰਦੇ ਹੈ, ਪਰ ਇਹਨੇ ਸੱਚ ਦਾ ਉਪਦੇਸ਼ ਨਹੀਂ ਦਿੱਤਾ। ਤਾਂ ਹੀ ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਜੋਗ ਨਾ ਪਾਇਆ ਜੁਗਤ ਗਵਾਈ, ਕਿਤ ਕਾਰਨ ਸਿਰ ਛਾਈ ਪਾਈ। ਤਾਂ ਹੀ ਭਾਈ ਗੁਰਦਾਸ ਸਾਹਿਬ ਕਹਿੰਦੇ ਸਿੱਧ ਛੁਪ ਬੈਠੇ ਪਰਬਤੀ, ਕੌਣ ਜਗਤ ਕੋ ਪਾਰੇ ਉਤਾਰਾ, ਜੋਗੀ ਗਿਆਨ ਵਹੂਣਿਆ ਨਿਸ ਦਿਨ ਅੰਗ ਲਗਾਏ ਨਿਸ਼ਾਰਾ, ਬਾਜ ਗੁਰੂ ਡੂਬਾ ਜਗ ਸਾਰਾ। ਸਤਿਗੁਰੂ ਕਹਿੰਦੇ ਇਹ ਸੰਸਾਰ ਤੇ ਡੁੱਬਦਾ ਪਿਆ ਸੀ। ਇਹ ਸਿੱਧ ਲੋਕ ਜੰਗਲਾਂ ਦੇ ਵਿੱਚ ਛੁਪ ਕੇ ਬੈਠੇ ਹੋਏ ਸਨ ਤੇ ਜਿੱਥੇ ਰਹਿੰਦੇ ਪਏ ਸਨ ਉਸ ਧਰਤੀ ਦਾ ਨਾਂ ਹੀ ਇਹਨਾਂ ਨੇ ਗੋਰਖ ਮਤਾ ਰੱਖਿਆ, ਭਾਵ ਕਿ ਗੋਰਖ ਇਹਨਾਂ ਦੇ ਗੁਰੂ ਦਾ ਨਾਮ ਸੀ।
ਆਪਣੇ ਗੁਰੂ ਦੇ ਨਾਮ ਦੇ ਉੱਪਰ ਉਹ ਜਗ੍ਹਾ ਜਿਹੜੀ ਹੈ ਇਹਨਾਂ ਨੇ ਰੱਖੀ ਹੋਈ ਸੀ। ਗੁਰੂ ਨਾਨਕ ਸਾਹਿਬ ਮਹਾਰਾਜ ਇੱਥੇ ਗਏ ਜਿੱਥੇ ਉੱਥੋਂ ਦੇ ਆਲੇ ਦੁਆਲੇ ਦੇ ਰਾਜੇ ਲੋਕ ਜਿਹੜੇ ਸਨ ਦੇਵੀ ਦੀ ਪੂਜਾ ਕਰਦੇ, ਚੰਡੀ ਦੀ ਪੂਜਾ ਕਰਦੇ। ਉਹਦੇ ਸਾਹਮਣੇ ਕੇਵਲ ਤੇ ਕੇਵਲ ਪਸ਼ੂ ਪੰਛੀ ਜੀਵਾਂ ਦੀਆਂ ਬਲੀਆਂ ਦਿੱਤੀਆਂ ਜਾਂਦੀਆਂ ਤੇ ਬਲੀਆਂ ਦੇ ਕੇ ਪੈਸੇ ਜਿਹੜੇ ਆ ਉਹ ਸਿੱਧਾਂ ਨੂੰ ਚੜਾਉਂਦੇ ਤੇ ਸਿੱਧਾਂ ਨੇ ਕਦੇ ਵੀ ਮੂੰਹ ਖੋਲ ਕੇ ਉਹਨਾਂ ਦੇ ਕਾਰਿਕ ਕਰਮਾਂ ਤੋਂ ਉਹਨਾਂ ਨੂੰ ਰੋਕਿਆ ਨਹੀਂ, ਬਲਕਿ ਉਹਨਾਂ ਦੇ ਕੋਲੋਂ ਚੜਾਵੇ ਜਿਹੜੇ ਸਾਨੂੰ ਸਾਰੇ ਇਕੱਠੇ ਕਰ ਲਏ। ਮਹਾਰਾਜ ਉਹਨਾਂ ਰਾਜਿਆਂ ਦੇ ਕੋਲ, ਉਹਨਾਂ ਲੋਕਾਂ ਦੇ ਕੋਲ ਗਏ ਜਿਹੜੇ ਚੰਡੀ ਦੇ ਸਾਹਮਣੇ ਖੜ ਕੇ ਲੋਕਾਂ ਦੀਆਂ ਪਸ਼ੂ ਪੰਛੀਆਂ ਦੀਆਂ ਬਲੀਆਂ ਦੇ ਰਹੇ ਸਨ। ਸਤਿਗੁਰੂ ਨੇ ਉਹਨਾਂ ਨੂੰ ਜਾ ਕੇ ਪਾਵਨ ਪਵਿੱਤਰ ਉਪਦੇਸ਼ ਦ੍ਰਿੜ ਕਰਵਾਇਆ। ਸਤਿਗੁਰੂ ਕਹਿੰਦੇ ਕਿ ਇਹ ਬਲੀਆਂ ਦੇਣ ਨਾਲ, ਇਹ ਬੁੱਤ ਪੂਜਨ ਨਾਲ, ਇਹ ਮੂਰਤੀਆਂ ਦੀ ਪੂਜਾ ਕਰਨ ਨਾਲ ਕੁਝ ਵੀ ਨਹੀਂ ਹੋਣਾ। ਜੇ ਹੋਣਾ ਹੈ ਤੇ ਕੇਵਲ ਅਕਾਲ ਪੁਰਖ ਵਾਹਿਗੁਰੂ ਜੀ ਦੇ ਗੁਣ ਗਾ ਕੇ ਹੋਣਾ ਹੈ। ਉਸ ਰਾਜੇ ਨੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਜਾਤ ਵੀ ਪੁੱਛੀ ਕਿ ਤਾਂ ਦੱਸੋ ਤੁਹਾਡੀ ਜਾਤ ਕੀ ਹੈ। ਮਹਾਰਾਜ ਕਹਿਣ ਲੱਗੇ ਮੇਰੀ ਕੋਈ ਜਾਤ ਨਹੀਂ, ਸੱਚ ਹੈ ਮੇਰੀ ਜਾਤ ਕੇਵਲ ਤੇ ਕੇਵਲ ਇਨਸਾਨੀਅਤ ਹੈ। ਇੱਥੋਂ ਹੀ ਸਤਿਗੁਰੂ ਉਹਨਾਂ ਸਿੱਧਾਂ ਵਾਲੇ ਪਾਸੇ ਗਏ ਜਿਹੜੇ ਸਿੱਧ ਲੋਕ ਜਿਹੜੇ ਸਨ ਇਹਨਾਂ ਰਾਜੇ ਤੇ ਇਹਨਾਂ ਲੋਕਾਂ ਦੀਆਂ ਭੇਟਾਵਾਂ ਤੇ ਲੈਂਦੇ, ਪਰ ਇਹਨਾਂ ਨੂੰ ਕਦੇ ਸੱਚ ਨਹੀਂ ਸੀ ਦੱਸਿਆ। ਇਹ ਸੱਚ ਕੇਵਲ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਜਾ ਕੇ ਦੱਸਿਆ ਸੀ। ਉਹਨਾਂ ਸਿੱਧਾਂ ਨੇ ਦੇਖਿਆ, ਪਹਿਲਾਂ ਹੀ ਸੁਣ ਚੁੱਕੇ ਸਨ ਕਿ ਹਰਿਦੁਆਰ ਦੀ ਧਰਤੀ ਤੇ ਨਾਨਕ ਜੀ ਨੇ ਆਣ ਕੇ ਕਿਵੇਂ ਸੱਚ ਦਾ ਉਪਦੇਸ਼ ਦ੍ਰਿੜ ਕਰਵਾਇਆ। ਇਹਨਾਂ ਨੂੰ ਪਹਿਲਾਂ ਪਤਾ ਲੱਗ ਚੁੱਕਾ ਸੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਆਉਣ ਦਾ। ਇਹਨਾਂ ਸਿੱਧਾਂ ਲੋਕਾਂ ਨੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਨਾਲ ਵਿਚਾਰ ਚਰਚਾ ਕਰਨੀ ਚਾਹੀ। ਸਤਿਗੁਰੂ ਸਾਹਿਬ ਜੀ ਨੇ ਵੀ ਇਹਨਾਂ ਦੇ ਨਾਲ ਵਿਚਾਰ ਚਰਚਾ ਕਰਨੀ ਚਾਹੀ। ਭੰਗਰਨਾਥ ਵਰਗੇ ਜਿਹੜੇ ਜੋਗੀ ਸਨ ਉਹਨਾਂ ਨੇ ਤੇ ਇੱਥੋਂ ਤੱਕ ਮਹਾਰਾਜ ਦੇ ਸਾਹਮਣੇ ਲਿਆ ਕੇ ਸ਼ਰਾਬ ਦਾ ਇੱਕ ਪਿਆਲਾ ਵੀ ਰੱਖ ਦਿੱਤਾ ਤੇ ਕਹਿੰਦੇ ਨਾਨਕ ਇਹਨੂੰ ਪੀ, ਇਹ ਪੀਣ ਦੇ ਨਾਲ ਵੇਖ ਕਿਵੇਂ ਮਸਤੀ ਜਿਹੜੀ ਆ ਉਹ ਚੜ ਜਾਂਦੀ ਹੈ। ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਜ਼ਹੇ ਜਿਹੜੇ ਨਸ਼ੇ ਸਨ ਉਹ ਕਰਨ ਤੋਂ ਇਹਨਾਂ ਸਿੱਧਾਂ ਲੋਕਾਂ ਨੂੰ ਵਰਜਿਆ। ਕਹਿੰਦੇ ਨਾਨਕ ਇਹ ਪੀਣ ਦੇ ਨਾਲ ਰੱਬ ਵਿੱਚ ਸਮਾਧੀ ਲੱਗਦੀ ਹੈ। ਮਹਾਰਾਜ ਕਹਿਣ ਲੱਗੇ ਨਹੀਂ, ਸੱਚ ਤੇ ਇਹ ਹੈ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਜਿਹੜਾ ਫਿਰ ਉਹ ਵਿਧੀ ਵਿਧਾਨ ਉੱਥੇ ਸੱਚ ਦਾ ਉਪਦੇਸ਼ ਵੀ ਦ੍ਰਿੜ ਕਰਵਾਇਆ ਤੇ ਸਾਨੂੰ ਵੀ ਅੱਜ ਕਰਵਾਉਂਦੇ ਪਏ ਨੇ। ਮਹਾਰਾਜ ਕਹਿੰਦੇ ਐਵੇਂ ਨਹੀਂ, ਜੇ ਰੱਬ ਦੇ ਵਿੱਚ ਧਿਆਨ ਲਾਉਣਾ ਇਹ ਬਾਹਰ ਦੀ ਪੀਤੀ ਹੋਈ ਸ਼ਰਾਬ ਨਾਲ ਸੁਰਾ ਨਾਲ ਨਹੀਂ। ਗੁਰਦੇਵ ਕਹਿੰਦੇ ਗੁੜ ਕਰ ਗਿਆਨ ਧਿਆਨ ਕਰ ਧਾਵੈ, ਕਰ ਕਰਨੇ ਕਛ ਪਾਈਐ, ਭਾਠੀ ਭਵਨ ਪ੍ਰੇਮ ਕਾ ਪੋਚਾ, ਇਤਰਸ ਅਮਿਓ ਚਵਾਈਐ, ਬਾਬਾ ਮਨ ਮਤਵਾਰੋ ਨਾਮ ਰਸ ਪੀਵੈ, ਸਹਿਜ ਰੰਗ ਰਚ ਰਹਿਆ। ਜੇ ਤੂੰ ਕਰਨਾ ਚਾਹੁੰਦਾ ਤੇ ਐਵੇਂ ਕਰ, ਐ ਪ੍ਰਮਾਤਮਾ ਵਿੱਚ ਧਿਆਨ ਲਾ, ਸ਼ਬਦ ਦੀ ਵਿਚਾਰ ਕਰ, ਤੇਰੇ ਅੰਦਰੋਂ ਅੰਮ੍ਰਿਤ ਦਾ ਰਸ ਜਿਹੜਾ ਉਹ ਫੁੱਟ ਪਵੇ। ਸਤਿਗੁਰੂ ਦੀ ਉੱਥੇ ਸਿੱਧਾਂ ਦੇ ਨਾਲ ਬਹੁਤ ਲੰਮੀ ਵਿਚਾਰ ਚਰਚਾ ਹੋਈ। ਸਿੱਧਾਂ ਨੇ ਕਈ ਤਰ੍ਹਾਂ ਦੇ ਨਾਲ ਕਰਾਮਾਤਾਂ, ਕਈ ਤਰ੍ਹਾਂ ਦੇ ਨਾਲ ਪਖੰਡ ਕਰਨ ਦਾ ਯਤਨ ਕੀਤਾ, ਪਰ ਕੋਈ ਵੀ ਤਾਕਤ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਸਾਹਮਣੇ ਚੱਲ ਨਹੀਂ ਸਕੀ। ਕਿਸੇ ਵੀ ਤਰੀਕੇ ਨਾਲ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਜਿੱਤ ਨਾ ਸਕੇ, ਨਾ ਸਤਿਗੁਰੂ ਨੂੰ ਹਰਾ ਸਕੇ। ਇੱਥੋਂ ਤੱਕ ਫਿਰ ਉਹਨਾਂ ਨੇ ਇਕੱਠੇ ਹੋਏ ਲੋਕਾਂ ਦੇ ਸਾਹਮਣੇ ਇੱਕ ਚਾਲ ਚੱਲੀ ਤੇ ਕੀ ਕਹਿੰਦੇ ਨੇ, ਕਹਿੰਦੇ ਨਾਨਕ ਕੁਝ ਖਾਣ ਵਾਸਤੇ ਚਾਹੀਦਾ ਹੈ ਤੇ ਪਤਾ ਹੈ ਕਿ ਇਸ ਜੰਗਲ ਦੇ ਵਿੱਚ ਖਾਣ ਵਾਸਤੇ ਤੇ ਕੁਝ ਵੀ ਨਹੀਂ। ਉੱਥੇ ਕੇਵਲ ਤੇ ਕੇਵਲ ਰੀਠੇ ਸਨ। ਰੀਠੇ ਆਮ ਕਰਕੇ ਕੌੜੇ ਹੁੰਦੇ ਐ। ਜਾਣੀ ਜਾਣ ਸਤਿਗੁਰੂ ਕਹਿੰਦੇ ਨੇ ਕਿ ਇਹਨਾਂ ਰੀਠਿਆਂ ਨੂੰ ਤੋੜ ਕੇ ਵਰਤਾਇਆ ਜਾਏ। ਜਦੋਂ ਵਰਤਾਏ ਤੇ ਉਹ ਛੁਹਾਰੇ ਵਰਗੇ ਮਿੱਠੇ ਨਿਕਲੇ। ਇਹ ਜਿਹੜੇ ਸਿੱਧ ਲੋਕ ਸਨ ਉਹਨਾਂ ਦਾ ਇਹ ਭਰਮ, ਉਹਨਾਂ ਦਾ ਇਹ ਭੁਲੇਖਾ, ਉਹਨਾਂ ਦੀ ਇਹ ਚਾਲ ਵੀ ਜਿਹੜੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਸਾਹਮਣੇ ਸਫਲ ਨਾ ਹੋ ਸਕੀ। ਪਰ ਇਹ ਸਿੱਧਾਂ ਦੇ ਨਾਲ ਕੋਈ ਅੰਤਮ ਵਿਚਾਰ ਨਹੀਂ ਸੀ। ਬਾਅਦ ਵਿੱਚ ਵੀ ਪਹਿਲੀ ਇਹ ਗੋਰਖ ਮਤੇ, ਅੱਜ ਕੱਲ੍ਹ ਨਾਨਕ ਮਤੇ ਦੀ ਧਰਤੀ ਤੇ, ਮੁੜ ਕੇ ਸੁਮੇਰ ਪਰਬਤ ਦੇ ਉੱਪਰ, ਫਿਰ ਅਚਲ ਬਟਾਲੀ ਦੀ ਧਰਤੀ ਤੇ ਬਾਰ-ਬਾਰ ਸਿੱਧਾਂ ਦੇ ਨਾਲ ਵਿਚਾਰ ਚਰਚਾ ਹੁੰਦੀ ਰਹੀ। ਇਹ ਬਾਰ-ਬਾਰ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਝੁਕਾਉਣ ਦਾ ਯਤਨ ਕਰਦੇ ਰਹੇ, ਪਰ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਸੱਚ ਦਾ ਉਪਦੇਸ਼ ਜਿਹੜਾ ਸੀ ਉਹ ਸੰਸਾਰ ਨੂੰ ਦ੍ਰਿੜ ਕਰਵਾਉਂਦੇ ਰਹੇ। ਇੱਥੋਂ ਚੱਲੇ ਗੁਰੂ ਨਾਨਕ ਸਾਹਿਬ ਮਹਾਰਾਜ, ਫਿਰ ਸਤਿਗੁਰੂ ਪ੍ਰਾਗ, ਬਨਾਰਸ ਇਤਿਆਦਿਕ ਇਲਾਕਿਆਂ ਦੇ ਵਿੱਚ ਗਏ, ਜਿੱਥੇ ਜਾ ਕੇ
ਦਰਿਆਵਾਂ ਦਾ ਮੇਲ ਹੁੰਦਾ, ਸੁਮੇਲ ਹੁੰਦਾ, ਉਹਨੂੰ ਤਰਬੇਣੀ ਕਿਹਾ ਜਾਂਦਾ ਹੈ। ਉਸ ਤਰਬੇਣੀ ਦਾ ਇੱਕ ਬੜਾ ਵਧੀਆ ਅਲੌਕਿਕ ਦ੍ਰਿਸ਼ ਹੈ। ਸਤਿਗੁਰੂ ਸਾਹਿਬ ਨੇ ਉੱਥੇ ਇਕੱਠੇ ਹੋਏ ਲੋਕਾਂ ਨੂੰ ਉਪਦੇਸ਼ ਦ੍ਰਿੜ ਕਰਵਾਇਆ, ਇੱਥੋਂ ਤੱਕ ਕਿ ਪੰਡਿਤ ਚਤੁਰਦਾਸ ਗੁਰੂ ਨਾਨਕ ਸਾਹਿਬ ਮਹਾਰਾਜ ਵੱਲ ਵੇਖਦਾ ਹੈ, ਬੜਾ ਹੈਰਾਨ ਹੁੰਦਾ ਹੈ। ਕਿਉਂ ਹੈਰਾਨ ਹੁੰਦਾ ਹੈ? ਕਿਉਂਕਿ ਜਿਹੜਾ ਪੰਡਿਤ ਹੁੰਦਾ ਹੈ, ਪੁਜਾਰੀ ਹੁੰਦਾ ਹੈ, ਉਹਦੇ ਗਲ ਦੇ ਵਿੱਚ ਤੁਲਸੀ ਦੀ ਮਾਲਾ, ਉਹਦੇ ਗਲ ਦੇ ਵਿੱਚ ਜਨੇਊ ਇਤਿਆਦਿਕ ਬਹੁਤ ਸਾਰੇ ਜਿਹੜੇ ਧਰਮ ਦੇ ਨਿਸ਼ਾਨੀਆਂ ਸਨ, ਚਿੰਨ੍ਹ ਸਨ, ਉਹ ਧਾਰਨ ਕੀਤੇ ਹੁੰਦੇ ਹੈ। ਉਹਨੇ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਪੁੱਛਿਆ, ਨਾਨਕ ਇਹ ਤੁਸੀਂ ਕਿਹੋ ਜਿਹਾ ਭੇਖ ਬਣਾਇਆ ਹੈ? ਨਾ ਤੁਸੀਂ ਕੋਈ ਤੁਲਸੀ ਮਾਲਾ ਪਾਈ ਹੈ, ਨਾ ਤੁਸੀਂ ਕੋਈ ਜਨੇਊ ਧਾਰਨ ਕੀਤਾ ਦਿਖਾਈ ਦਿੰਦਾ ਹੈ, ਆ ਕੇਵਲ ਤੇ ਕੇਵਲ ਬਾਹਰੀ ਤੌਰ ਦੇ ਉੱਪਰ ਇੱਕੋ ਇੱਕ ਗੇਰੂ ਰੰਗ ਦੇ ਕੱਪੜੇ ਪਾਏ, ਤੁਸੀਂ ਕੈਸੇ ਸਾਧ ਹੋ? ਕਿ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਉੱਥੇ ਜਿਹੜਾ ਪਾਵਨ ਪਵਿੱਤਰ ਉਪਦੇਸ਼ ਦ੍ਰਿੜ ਕਰਵਾਇਆ, ਸਤਿਗੁਰੂ ਕਹਿੰਦੇ ਸਾਲ ਗ੍ਰਾਮ ਬਿਪ ਪੂਜ ਮਨਾਵੋ ਸੋਕ੍ਰਿਤ ਤੁਲਸੀ ਮਾਲਾ। ਗੁਰਦੇਵ ਕਹਿੰਦੇ ਇਹ ਬਾਹਰੀ ਤੌਰ ਦੇ ਉੱਪਰ ਕੇਵਲ ਤੇ ਕੇਵਲ ਪਖੰਡ, ਇਹ ਬਾਹਰੀ ਤੌਰ ਦੇ ਉੱਪਰ ਕੇਵਲ ਤੇ ਕੇਵਲ ਚਿੰਨ੍ਹ ਹੈ, ਪਰ ਸਤਿਗੁਰੂ ਕਹਿੰਦੇ ਰਾਮ ਨਾਮ ਜਪ ਬੇੜਾ ਬੰਧੋ ਦਇਆ ਕਰੋ ਦਇਆਲਾ। ਜੇ ਸੱਚਮੁੱਚ ਪ੍ਰਮਾਤਮਾ ਨੂੰ ਪ੍ਰਾਪਤ ਕਰਨਾ ਚਾਹੁੰਦੇ ਹੋ ਤੇ ਕੇਵਲ ਅਕਾਲ ਪੁਰਖ ਵਾਹਿਗੁਰੂ ਜੀ ਦੇ ਰਾਮ ਨਾਮ ਨੂੰ ਜਪਣ ਦਾ ਯਤਨ ਕਰੋ। ਉੱਥੇ ਸਤਿਗੁਰੂ ਨੇ ਇਹ ਵੀ ਉਪਦੇਸ਼ ਦ੍ਰਿੜ ਕਰਵਾਇਆ, ਸਤਿਗੁਰੂ ਕਹਿੰਦੇ ਸੰਸਾਰ ਵਿੱਚ ਰਹਿੰਦਿਆਂ ਹੋਇਆਂ ਕਿਵੇਂ ਅਕਾਲ ਪੁਰਖ ਨੂੰ ਪ੍ਰਾਪਤ ਕਰਨਾ ਹੈ। ਤੇ ਮਹਾਰਾਜ ਨੇ ਕਿਹਾ ਸੀ ਕਾਮ ਕ੍ਰੋਧ ਦੋਏ ਕਰੋ ਬਸੋਲੇ ਗੋਡੋ ਧਰਤੀ ਭਾਈ। ਜਿਵੇਂ ਇੱਕ ਜ਼ਿਮੀਂਦਾਰ ਆਪਣੀ ਪੈਲੀ ਦੇ ਵਿੱਚ ਜਾ ਕੇ, ਆਪਣੀ ਜ਼ਮੀਨ ਵਿੱਚ ਜਾ ਕੇ ਤੇ ਉੱਥੇ ਜਾ ਕੇ ਜਿਹੜਾ ਨਦੀਨ ਹੁੰਦਾ ਹੈ ਨਾ, ਉਸ ਨਦੀਨ ਨੂੰ ਪੁੱਟ ਦਿੰਦਾ ਹੈ ਤੇ ਜਿਹੜੀ ਫਸਲ ਹੈ ਉਹਨੂੰ ਬਚਾ ਲੈਂਦਾ ਹੈ। ਮਹਾਰਾਜ ਕਹਿੰਦੇ ਇਸੇ ਤਰ੍ਹਾਂ ਕਾਮ ਤੇ ਕ੍ਰੋਧ ਨੂੰ ਇਹ ਖੁਰਪਾ ਬਣਾ, ਖੁਰਪੇ ਦੇ ਨਾਲ ਇਹਦੇ ਵਿੱਚੋਂ ਵਕਾਰ ਪੁੱਟ ਕੇ ਪਰੇ ਸੁੱਟ ਦੇ ਤੇ ਜਿਹੜੀ ਫਸਲ ਹੈ ਉਹਨੂੰ ਬਚਾ ਲੈਣਾ ਚਾਹੀਦਾ ਹੈ। ਫਸਲ ਨੂੰ ਬਚਾਉਣਾ ਹੈ ਤੇ ਬਾਕੀ ਸੱਚ ਇਹ ਹੈ ਜਿਹੜੇ ਵਕਾਰ ਨੇ ਉਹਨਾਂ ਨੂੰ ਕੱਢ ਕੇ ਬਾਹਰ ਸੁੱਟਣਾ ਹੈ। ਜਦੋਂ ਸਤਿਗੁਰ ਦੇ ਨਾਲ ਗੱਲ ਚੱਲੀ ਕਿ ਆ ਕੇਵਲ ਤੇ ਕੇਵਲ ਸੋਚ ਰੱਖਣੀ, ਭਿੱਟ ਰੱਖਣੀ, ਤੇ ਮਹਾਰਾਜ ਨੇ ਉਹ ਵੀ ਪਾਵਨ ਪਵਿੱਤਰ ਉਪਦੇਸ਼ ਦਿੰਦਿਆਂ ਕਿਹਾ ਕੇਵਲ ਤੇ ਕੇਵਲ ਪਿੰਡਾ ਧੋਣ ਦੇ ਨਾਲ ਸੋਚ ਨਹੀਂ ਹੋ ਸਕਦੀ, ਕੇਵਲ ਤੇ ਕੇਵਲ ਇਹ ਚੌਂਕੇ ਦੇ ਉੱਪਰ ਗੋਹਾ ਫੇਰਨ ਦੇ ਨਾਲ ਸੋਚ ਨਹੀਂ ਹੋ ਸਕਦੀ। ਅਸਲ ਸੋਚ ਜਿਹੜੀ ਹੈ ਉਹ ਅੰਦਰ ਹੋਣੀ ਚਾਹੀਦੀ, ਪਰਮਾਤਮਾ ਜੀ ਦੇ ਨਾਮ ਦੇ ਨਾਲ ਸੋਚ ਹੁੰਦੀ ਹੈ। ਉਹਨਾਂ ਪੰਡਤ ਤੇ ਪੁਜਾਰੀ ਲੋਕਾਂ ਨੇ ਕਿਹਾ ਨਾਨਕ ਸਾਡੇ ਵੇਦ, ਸਾਡੇ ਗ੍ਰੰਥ ਜਿਹੜੇ ਉਹ ਕੁਝ ਹੋਰ ਕਹਿੰਦੇ ਐ, ਤੁਸੀਂ ਕੇਵਲ ਕੁਝ ਹੋਰ ਕਹਿ ਰਹੇ ਹੋ। ਤੇ ਮਹਾਰਾਜ ਨੇ ਕਿਹਾ ਸੀ, ਸਤਿਗੁਰੂ ਕਹਿੰਦੇ ਵੇਦਾਂ ਦੇ ਵਿੱਚ ਤੇ ਕੇਵਲ ਪਾਪ ਪੁੰਨ ਦੀ ਵਿਚਾਰ ਲਿਖੀ ਹੋਈ ਹੈ। ਤੇ ਮਹਾਰਾਜ ਕਹਿੰਦੇ ਮੈਂ ਤੁਹਾਨੂੰ ਅਕਾਲ ਪੁਰਖ ਵਾਹਿਗੁਰੂ ਜੀ ਦੀ ਸਿਫਤ ਸਲਾਹ ਦੀ ਗੱਲ ਕਰਕੇ ਦੱਸਦਾ ਪਿਆ ਹਾਂ, ਮੈਂ ਪ੍ਰਮਾਤਮਾ ਦੇ ਬਾਰੇ ਉਪਦੇਸ਼ ਦਿੰਦਾ ਪਿਆ ਹਾਂ। ਤੇ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਇਸ ਤਰੀਕੇ ਦੇ ਨਾਲ ਉਹਨਾਂ ਲੋਕਾਂ ਦੇ ਨਾਲ ਵਿਚਾਰ ਚਰਚਾ ਕੀਤੀ। ਉਹ ਲੋਕ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਚਰਨਾਂ ਤੇ ਡਿੱਗੇ। ਤੇ ਇੱਥੇ ਹੀ ਬਸ ਨਹੀਂ, ਇੱਥੋਂ ਸਤਿਗੁਰੂ ਬਨਾਰਸ ਦੀ ਧਰਤੀ ਤੇ ਜਿੱਥੇ ਸਤਿਗੁਰੂ ਨੇ ਮੜੀਆਂ ਮਸਾਣੀਆਂ ਪੂਜਣ ਵਾਲੇ ਲੋਕਾਂ ਨੂੰ ਪਾਵਨ ਪਵਿੱਤਰ ਉਪਦੇਸ਼ ਦਿੱਤਾ, ਇੱਥੇ ਬਨਾਰਸ ਦੀ ਧਰਤੀ ਤੇ ਗੁਰੂ ਨਾਨਕ ਸਾਹਿਬ ਮਹਾਰਾਜ ਤੋਂ ਪਹਿਲਾਂ ਬਾਬਾ ਕਬੀਰ ਸਾਹਿਬ ਤੇ ਬਾਬਾ ਰਵਿਦਾਸ ਜੀ ਵੀ ਆਏ ਸਨ, ਭਾਵ ਉਹਨਾਂ ਦਾ ਜਨਮ ਹੀ ਬਨਾਰਸ ਦੀ ਧਰਤੀ ਤੇ ਹੋਇਆ ਸੀ। ਤੇ ਇਸ ਬਨਾਰਸ ਦੀ ਧਰਤੀ ਤੇ ਉਹਨਾਂ ਦੇ ਰਹਿਣ ਕਰਕੇ ਗੁਰੂ ਨਾਨਕ ਸਾਹਿਬ ਮਹਾਰਾਜ ਬਾਬਾ ਕਬੀਰ ਤੇ ਬਾਬਾ ਰਵਿਦਾਸ ਜੀ ਦੇ ਘਰ ਵਿੱਚ ਜਾ ਕੇ ਉੱਥੋਂ ਉਹਨਾਂ ਦੀ ਉਚਾਰਨ ਕੀਤੀ ਹੋਈ ਪਾਵਨ ਪਵਿੱਤਰ ਜਿਹੜੀ ਉਹ ਗੁਰਬਾਣੀ ਸੀ ਉਹਨੂੰ ਲੈ ਕੇ ਆਏ। ਭਾਵ ਸਤਿਗੁਰੂ ਨੇ ਉਹਨਾਂ ਦੀ ਉਹ ਲਿਖੀ ਹੋਈ ਬਾਣੀ ਨੂੰ ਆਪਣੀ ਪੋਥੀ ਦੇ ਵਿੱਚ ਦਰਜ ਕੀਤਾ, ਆਪਣੀ ਪੋਥੀ ਦੇ ਵਿੱਚ ਲਿਖਿਆ। ਇਹ ਵੀ ਉਹਨਾਂ ਦੀ ਸਾਰੀ ਗੁਰਬਾਣੀ ਨੂੰ ਸਤਿਗੁਰੂ ਸਾਹਿਬ ਜੀ ਨੇ ਇਕੱਤਰ ਕੀਤਾ ਸੀ। ਤੇ ਇੱਥੋਂ ਸਤਿਗੁਰੂ ਪਾਵਨ ਪਵਿੱਤਰ ਉਪਦੇਸ਼ ਦਿੰਦੇ ਹੋਏ ਗਿਆ ਦੀ ਧਰਤੀ ਤੇ ਗਏ, ਜਿੱਥੇ ਲੋਕ ਆਪਣੇ ਵੱਡੇ ਵਡੇਰੇ ਆਪਣੇ ਪਿਤਰਾਂ ਦੇ ਮਰਨ ਤੋਂ ਬਾਅਦ ਦੀਵੇ ਜਗਾ ਰਹੇ ਸਨ, ਜਿੱਥੇ ਲੋਕ ਵੱਟੀ ਬਣਾ ਕੇ ਦੀਵੇ ਜਗਾ ਕੇ ਕਹਿੰਦੇ ਸਨ, ਪਿੰਡ ਭਰ ਰਹੇ ਸਨ, ਕਹਿੰਦੇ ਕਿ ਅਸੀਂ ਆਪਣੇ ਵੱਡੇ ਵਡੇਰਿਆਂ ਦੀ ਖਾਤਰ ਇਹ ਸਾਰਾ ਕੁਝ ਕਰਦੇ ਪਏ ਹਾਂ। ਗੁਰੂ ਨਾਨਕ ਸਾਹਿਬ ਮਹਾਰਾਜ ਗਏ, ਜਾ ਕੇ ਸਤਿਗੁਰੂ ਨੇ ਉਪਦੇਸ਼ ਦਿੱਤਾ। ਗੁਰਦੇਵ ਕਹਿੰਦੇ ਆ ਬਾਹਰੀ ਤੌਰ ਦੇ ਉੱਪਰ ਜਗਾਇਆ ਹੋਇਆ ਦੀਵਾ ਜਿਹੜਾ ਹੈ ਇਹ ਕਿਸੇ ਕੰਮ ਆਉਣ ਵਾਲਾ ਨਹੀਂ। ਦੀਵਾ ਕੇਵਲ ਤੇ ਕੇਵਲ ਪ੍ਰਮਾਤਮਾ ਜੀ ਦਾ ਨਾਮ ਹੋ ਸਕਦਾ ਹੈ।
ਕਹਿੰਦੇ ਉਹ ਕਿਵੇਂ, ਜਿਹੜਾ ਸਤਿਗੁਰੂ ਨੇ ਉੱਥੇ ਉਪਦੇਸ਼ ਦਿੱਤਾ। ਗੁਰਦੇਵ ਕਹਿੰਦੇ ਦੀਵਾ ਮੇਰਾ ਏਕ ਨਾਮ, ਦੁੱਖ ਵਿੱਚ ਪਾਇਆ ਤੇਲ, ਉਨ ਚਾਨਣ ਉਨ ਸੋਖਿਆ, ਚੂਕਾ ਜਮ ਸਿਉ ਮੇਲ। ਸਤਿਗੁਰੂ ਕਹਿੰਦੇ ਕੇਵਲ ਤੇ ਕੇਵਲ ਨਾਮ ਦਾ ਦੀਵਾ ਜਗਾ, ਜੇ ਨਾਮ ਦਾ ਦੀਵਾ ਜਗਾਏਂਗਾ ਤੇ ਕਦਾਚਿਤ ਵਾਸਤੇ ਤੇਰਾ ਜਮਾਂ ਦੇ ਨਾਲ ਮੇਲ ਨਹੀਂ ਹੋਏਗਾ, ਤੂੰ ਜਮਾਂ ਤੋਂ ਬਚ ਜਾਏਗਾ, ਤੂੰ ਜਮਾਂ ਦੇ ਮੇਲ ਤੋਂ ਬਚ ਜਾਏਗਾ। ਇੱਥੋਂ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਪਾਵਨ ਪਵਿੱਤਰ ਉਪਦੇਸ਼ ਦਿੰਦੇ ਹੋਏ ਜਿਸ ਵਕਤ ਪਟਨੇ ਦੀ ਧਰਤੀ ਤੇ ਗਏ, ਜਿਹਨੂੰ ਪਟਲੀ ਪੁੱਤਰ ਵੀ ਕਿਹਾ ਜਾਂਦਾ ਸੀ ਇਤਿਆਦਿਕ, ਬਾਅਦ ਵਿੱਚ ਉਹਦਾ ਨਾਮ ਪਟਨਾ ਪੈ ਗਿਆ। ਸਤਿਗੁਰੂ ਸਾਹਿਬ ਜੀ ਨੇ ਜਾ ਕੇ ਬਾਹਰ ਡੇਰਾ ਕੀਤਾ। ਜਦੋਂ ਬਾਹਰ ਜਾ ਕੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਡੇਰਾ ਲਾਇਆ ਤੇ ਉੱਥੇ ਜਿਹੜਾ ਸਤਿਗੁਰੂ ਨੇ ਉਪਦੇਸ਼ ਦਿੱਤਾ, ਭਾਈ ਮਰਦਾਨਾ ਜੀ ਨੂੰ ਇੱਕ ਬਹੁਤ ਕੀਮਤੀ ਹੀਰਾ ਦੇ ਕੇ ਬਾਜ਼ਾਰ ਦੇ ਵਿੱਚ ਭੇਜਿਆ ਤੇ ਬਾਜ਼ਾਰ ਦੇ ਵਿੱਚ ਜਾ ਕੇ ਭੇਜ ਕੇ ਕਿਹਾ ਕਿ ਇਹਦਾ ਮੁੱਲ ਪਵਾਉਣਾ ਹੈ, ਵੇਚਣਾ ਨਹੀਂ, ਮੁੱਲ ਪਵਾਉਣਾ ਹੈ। ਜਦੋਂ ਮਰਦਾਨਾ ਜੀ ਕਿਸੇ ਆਮ ਲੱਕੜ ਵਾਲੀ ਦੁਕਾਨ ਤੇ ਗਏ, ਉਹਨੇ ਕਿਹਾ ਕਿ ਬਹੁਤ ਕੀਮਤੀ ਸੋਹਣਾ ਪੱਥਰ ਲੱਗਦਾ ਹੈ, ਕੁਝ ਲੱਕੜਾਂ ਲੈ ਜਾ ਜੇ ਤੈਨੂੰ ਚਾਹੀਦੀਆਂ ਨੇ। ਜਦੋਂ ਉਹ ਮਠਿਆਈ ਵਾਲੀ ਦੁਕਾਨ ਤੇ ਗਏ, ਮਠਿਆਈ ਵਾਲੇ ਨੇ ਵੀ ਐਸਾ ਹੀ ਕਿਹਾ ਕਿ ਜੇ ਚਾਹੀਦੀ ਹੈ ਤੇ ਕੋਈ ਮਠਿਆਈ ਲੈ ਜਾ, ਸੋਹਣਾ ਲੱਗੇਗਾ ਘਰ ਵਿੱਚ ਪਿਆ ਪੱਥਰ। ਜੇ ਸਬਜ਼ੀ ਵਾਲੇ ਕੋ ਗਏ, ਉਹ ਕਹਿਣ ਲੱਗਿਆ ਕੋਈ 4 ਮੂਲੀਆਂ ਖੜਨੀਆਂ ਤੇ ਲੈ ਜਾ। ਭਾਵ ਕਿਸੇ ਨੇ ਵੀ ਉਸ ਹੀਰੇ ਦੀ ਕੀਮਤ ਨੂੰ ਨਹੀਂ ਪਹਿਚਾਣਿਆ। ਤੇ ਜਦੋਂ ਕਰਦਿਆਂ ਭਾਈ ਮਰਦਾਨਾ ਜੀ ਜਿਹੜੇ ਆ ਉਸ ਵਕਤ ਸਾਲਸਰਾਏ ਜੌਹਰੀ, ਜਿਹੜਾ ਹੀਰਿਆਂ ਦੀ ਪਹਿਚਾਣ ਕਰਨ ਵਾਲਾ ਸੀ, ਸਾਲਸਰਾਏ ਜੌਹਰੀ ਦੇ ਘਰ ਵਿੱਚ ਗਏ, ਉਹਦੀ ਦੁਕਾਨ ਤੇ ਗਏ। ਉਹਨੇ ਉਸ ਕੀਮਤੀ ਹੀਰੇ ਨੂੰ ਵੇਖਿਆ ਤੇ ਵੇਖਣ ਤੋਂ ਬਾਅਦ 500 ਰੁਪਇਆ ਅੱਗੇ ਰੱਖਿਆ ਤੇ ਕਹਿਣ ਲੱਗਿਆ, ਕਹਿੰਦਾ ਇਹ ਕੇਵਲ ਇਹਦੀ ਦਰਸ਼ਨੀ ਭੇਟਾ, ਇਹਦੀ ਕੀਮਤ ਕੋਈ ਨਹੀਂ ਪਾ ਸਕਦਾ। ਬੜੇ ਹੈਰਾਨ ਹੋਏ ਭਾਈ ਮਰਦਾਨਾ ਜੀ ਤੇ ਹੈਰਾਨ ਹੋ ਕੇ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਆਣ ਕੇ ਕਹਿੰਦੇ, ਸਤਿਗੁਰੂ ਇਹ ਕੀ ਕੌਤਕ ਹੈ, ਇਹੀ ਇੱਕ ਪੱਥਰ ਚਮਕਦਾ ਹੋਇਆ ਹੀਰਾ ਹੈ, ਇਹਦੀ ਕੀਮਤ ਕਿਸੇ ਨੇ 4 ਮੂਲੀਆਂ ਪਾਈ, ਕਿਸੇ ਨੇ 4 ਲੱਕੜਾਂ ਪਾਈ, ਕਿਸੇ ਨੇ ਥੋੜੀ ਜੀ ਮਠਿਆਈ ਲੈ ਜਾਣ ਵਾਸਤੇ ਕਿਹਾ, ਪਰ ਇਹ ਸਾਲਸਰਾਏ ਨੇ 500 ਰੁਪਇਆ ਰੱਖ ਕੇ ਤੇ ਇਹਦੀ ਦਰਸ਼ਨੀ ਭੇਟਾ ਕਿਹਾ। ਮਹਾਰਾਜ ਇਹ ਕੌਤਕ ਕੀ ਹੈ? ਇੰਨੇ ਚਿਰ ਨੂੰ ਸਾਲਸਰਾਏ ਜੌਹਰੀ ਜਿਹੜਾ ਉਹ ਵੀ ਮਗਰੇ ਮਗਰ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਦਰਸ਼ਨ ਕਰਨ ਵਾਸਤੇ ਆਇਆ। ਸਤਿਗੁਰੂ ਨੇ ਉਪਦੇਸ਼ ਦਿੱਤਾ। ਮਹਾਰਾਜ ਕਹਿੰਦੇ ਇਹ ਮਨੁੱਖਾ ਜੀਵਨ ਹੈ, ਇਹ ਵੀ ਇਸ ਕੀਮਤੀ ਹੀਰੇ ਦੀ ਤਰ੍ਹਾਂ ਹੈ। ਕਈਆਂ ਨੇ ਇਸ ਮਨੁੱਖਾ ਜੀਵਨ ਨੂੰ ਕੇਵਲ ਤੇ ਕੇਵਲ ਖਾ ਪੀ ਕੇ ਮਠਿਆਈ ਦੇ ਭਾਅ ਗਵਾ ਦਿੱਤਾ। ਕਈਆਂ ਨੇ ਇਸ ਮਨੁੱਖਾ ਜੀਵਨ ਦੀ ਕੀਮਤ ਕੇਵਲ ਮੂਲੀਆਂ ਦੇ ਬਰਾਬਰ ਹੀ ਰੱਖੀ ਹੈ, ਸਬਜ਼ੀ ਦੇ ਬਰਾਬਰ ਹੀ ਰੱਖੀ ਹੈ। ਕਈਆਂ ਨੇ ਇਹਦੀ ਕੀਮਤ ਲੱਕੜਾਂ ਦੇ ਭਾਅ ਗਵਾ ਦਿੱਤੀ। ਪਰ ਕੋਈ ਸਾਲਸਰਾਏ ਜੌਹਰੀ ਵਰਗਾ ਕੋਈ ਕੇਵਲ ਵਿਰਲਾ ਪੁਰਸ਼ ਹੀ ਹੁੰਦਾ ਹੈ ਜਿਹੜਾ ਇਸ ਹੀਰੇ ਦੀ ਕਦਰ ਨੂੰ ਜਾਣਦਾ, ਭਾਵੇਂ ਇਸ ਮਨੁੱਖਾ ਜੀਵਨ ਦੇ ਹੀਰੇ ਦੀ ਕਦਰ ਨੂੰ ਜਾਣਦਾ ਹੈ। ਮੇਰੇ ਗੁਰਦੇਵ ਕਹਿਣ ਲੱਗੇ, ਕਹਿੰਦੇ ਇਹ ਮਨੁੱਖਾ ਜੀਵਨ ਉਹ ਹੀਰਾ ਹੈ ਜਿਹੜਾ ਬਾਰ-ਬਾਰ ਕਦਾਚਿਤ ਵਾਸਤੇ ਪ੍ਰਾਪਤ ਨਹੀਂ ਹੁੰਦਾ। ਸਾਲਸਰਾਏ ਜੌਹਰੀ ਨੇ ਜਦੋਂ ਸਤਿਗੁਰੂ ਦਾ ਇਹ ਪਾਵਨ ਪਵਿੱਤਰ ਉਪਦੇਸ਼ ਸਰਵਣ ਕੀਤਾ, ਉਹ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਸ਼ਰਧਾਲੂ ਬਣਿਆ, ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਸਿੱਖ ਬਣਿਆ ਤੇ ਸਾਲਸਰਾਏ ਜੌਹਰੀ ਪੀੜ੍ਹੀ ਦਰ ਪੀੜ੍ਹੀ ਜਿਹੜਾ ਐਸੇ ਸਿੱਖ ਬਣਦੇ ਗਏ ਤੇ ਉਹੀ ਸਨ ਜਿਹੜੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਸਮੇਂ ਤੱਕ ਸਿੱਖੀ ਨੂੰ ਸਾਂਭ ਕੇ ਰੱਖਦੇ ਰਹੇ। ਤੇ ਰਾਜਾ ਰਤਨ ਰਾਏ ਦੇ ਬਾਅਦ ਵਿੱਚ ਇਸੇ ਕੁੱਲ ਦੇ ਵਿੱਚੋਂ ਰਤਨ ਰਾਏ ਦੇ ਰੂਪ ਵਿੱਚ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਸਨਮੁਖ ਆਣ ਕੇ ਬਹੁਤ ਸਾਰੀਆਂ ਕੀਮਤੀ ਭੇਟਾਵਾਂ ਵੀ ਅਰਪਣ ਕੀਤੀਆਂ ਸਨ। ਸਤਿਗੁਰੂ ਸਾਹਿਬ ਜੀ ਨੇ ਉਪਦੇਸ਼ ਦਿੱਤਾ ਤੇ ਸਤਿਗੁਰੂ ਇੱਦਾਂ ਜਗਤ ਜਲੰਦੇ ਨੂੰ ਤਾਰਦੇ ਗਏ ਤੇ ਜਿੱਥੇ ਜਿੱਥੇ ਜਿੱਦਾਂ ਦਾ ਕੋਈ ਕੰਮ ਕਰਨ ਵਾਲਾ ਮਿਲਿਆ, ਸਤਿਗੁਰੂ ਨੇ ਉਦਾਂ ਦਾ ਉਹਨੂੰ ਉਪਦੇਸ਼ ਦ੍ਰਿੜ ਕਰਵਾਇਆ। ਜੇ ਕੋਈ ਸਤਿਗੁਰੂ ਜੀ ਦੇ ਸਾਹਮਣੇ ਦੁਕਾਨਦਾਰ ਆਇਆ, ਮਹਾਰਾਜ ਨੇ ਦੁਕਾਨਦਾਰ ਦੇ ਆਧਾਰ ਦੇ ਉੱਪਰ ਉਹਨੂੰ ਉਪਦੇਸ਼ ਦਿੱਤਾ। ਜੇ ਕੋਈ ਪੁਜਾਰੀ ਆਇਆ, ਸਤਿਗੁਰੂ ਨੇ ਉਵੇਂ ਦਾ ਉਪਦੇਸ਼ ਦਿੱਤਾ। ਜੇ ਕੋਈ ਆਮ ਬੰਦਾ ਆਇਆ, ਸਤਿਗੁਰੂ ਨੇ ਉਵੇਂ ਦਾ ਉਪਦੇਸ਼ ਦਿੱਤਾ। ਜੇ ਕੋਈ ਕਿਰਤ ਕਰਨ ਵਾਲਾ ਆਇਆ, ਸਤਿਗੁਰੂ ਨੇ ਉਸ ਤਰੀਕੇ ਨਾਲ ਉਪਦੇਸ਼ ਦਿੱਤਾ। ਤੇ ਕਿਹਾ ਜਾ ਸਕਦਾ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਸੱਚਮੁੱਚ ਸੰਸਾਰ ਦੇ ਲੋਕਾਂ ਨੂੰ ਸ਼ਬਦ ਦੇ ਨਾਲ, ਸਤਿਗੁਰੂ ਸਾਹਿਬ ਜੀ ਨੇ ਸ਼ਬਦ ਦਾ ਤੀਰ ਮਾਰ ਕੇ ਸੰਸਾਰ ਨੂੰ ਤਾਰਿਆ ਹੈ। ਅਨਮੋਲ ਵਚਨ